ਤੇ ਨਾਲ ਹੀ ਕਾਂਗਰਸ ਦੇ ਵਿੱਚ ਜਿਹੜਾ ਘਮਾਸਾਨ ਪਿਆ ਹੈ ਉਹ ਕਦੋਂ ਕ ਹੱਲ ਹੋ ਜਾਏਗਾ ਨਵਜੋਤ ਸਿੱਧੂ ਦੇ ਬਾਰੇ। ਜੇ ਇਹ ਇਹਨਾਂ ਦੀ ਹਾਈ ਕਮਾਂਡ ਬੀਬੀ ਇੰਦਰਾ ਗਾਂਧੀ ਵਾਲੀ ਹੁੰਦੀ ਤਾਂ ਹੁਣ ਨੂੰ ਸਮਝੌਤਾ ਹੋ ਜਾਂਦਾ। ਜੇ ਤੁਸੀਂ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਅੱਗੇ ਨਹੀਂ ਲੈ ਕੇ ਆਓਗੇ ਤਾਂ ਤੁਹਾਨੂੰ ਇਸੇ ਤਰ੍ਹਾਂ ਨੁਕਸਾਨ ਹੋਵੇਗਾ। ਅੱਜ ਬਿਆਨ ਛੱਪਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਮੇਰੀ ਅਗਵਾਈ 'ਚ ਚੋਣਾਂ ਲੜੀਆਂ ਜਾਣਗੀਆਂ, ਮੈਨੇਜਮੈਂਟ ਕਰਦਾ ਚੋਣਾਂ ਦੀ। ਉਹਨੇ ਵੀ ਦਿੱਲੀ ਦੇ ਸੂਤਰ ਦੱਸਦੇ ਆ ਕਿ ਕਹਿ ਦਿੱਤਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਇਸੇ ਕਰਕੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਲਿਆਂਦਾ ਸੀ। ਇਹ ਪੇਚ ਅਜੇ ਦੋ ਸਿੱਧੂਆਂ ਦੇ ਵਿਚਕਾਰ ਫਸਿਆ ਹੋਇਆ ਜੀ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿਣੀਆਂ। ਸਾਰੇ ਥਾਵਾਂ ਦੇ ਉੱਤੇ ਚਿੱਟਾ ਸੰਗਮਰਮਰ ਲਾਈ ਜਾਂਦੇ ਆ। ਤੁਸੀਂ ਦੁਪਹਿਰੇ ਕਦੇ ਜਾ ਕੇ ਦੇਖ ਲਓ, ਰਿਫਲੈਕਸ਼ਨ ਦੇ ਨਾਲ ਤੁਸੀਂ ਉਸ ਫਰਜ਼ ਤੇ ਤੁਰ ਨਹੀਂ ਸਕਦੇ। ਸਰਕਾਰਾਂ ਕੁਝ ਨਹੀਂ ਕਰਦੀਆਂ। ਸਾਡੇ ਲੋਕਾਂ ਨੂੰ ਜਾਗਣਾ ਪਵੇਗਾ, ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ, ਵੱਖ-ਵੱਖ ਮੁੱਦਿਆਂ ਦੀ ਚਰਚਾ ਕੀਤੀ ਜਾਂਦੀ ਹੈ, ਸਿਆਸੀ, ਧਾਰਮਿਕ ਤੇ ਸਮਾਜਿਕ ਮੁੱਦਿਆਂ ਦੀ। ਇਸ ਚਰਚਾ ਦਾ ਹਿੱਸਾ ਬਣੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਸਾਹਿਬ, ਕਿਸਾਨ ਅੰਦੋਲਨ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਿਸਾਨਾਂ ਦੇ ਉੱਤੇ ਪਰਚੇ ਵੀ ਹੋ ਰਹੇ ਨੇ। ਇਸੇ ਦੇ ਚੱਲਦਿਆਂ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ ਗਏ ਨੇ ਤੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਵੀ ਇਸ ਧਾਰਾ ਨੂੰ ਲੈ ਕੇ ਸਖਤੀ ਪ੍ਰਗਟਾਈ ਗਈ ਹੈ। ਕੀ ਹੈ ਸਾਰਾ ਮਾਮਲਾ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਦੇਖੋ, ਇੱਕ ਤਾਂ ਕੋਈ ਸਾਬਕਾ ਮੇਜਰ ਜਨਰਲ ਨੇ, ਇੱਕ ਹੈਗੇ ਨੇ ਜਿਹੜੇ ਆਪਣਾ ਆਡੀਟਰ ਗਿਲਡ ਵਾਲੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ। ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀ ਦਿੱਤੀ ਹੈ। ਉਹ ਕਹਿੰਦਾ ਵੀ ਦੇਖੋ, ਆਜ਼ਾਦ ਹੋਇਆਂ ਨੂੰ ਸਾਨੂੰ ਲਗਭਗ 47 ਤੋਂ ਲੈ ਕੇ ਹੁਣ ਤੱਕ 74 ਸਾਲ ਹੋ ਗਏ ਨੇ ਜੀ। 74 ਸਾਲਾਂ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕਾਨੂੰਨ ਜਿਹਦੀ ਰੱਜ ਕੇ ਦੁਰਵਰਤੋਂ ਕਰਦੀਆਂ ਨੇ ਜਿਹੜੀਆਂ ਰਾਜਸੀ ਪਾਰਟੀਆਂ ਨੇ, ਇਹ ਉਦੋਂ ਬਣਾਏ ਗਏ ਸੀ। ਅੰਗਰੇਜ਼ਾਂ ਦਾ ਬਣਾਇਆ ਹੋਇਆ ਕਾਨੂੰਨ ਹੈ ਜਿਹਦੇ ਵਿੱਚ ਮਹਾਤਮਾ ਗਾਂਧੀ, ਮਿਸਟਰ ਗੋਖਲੇ, ਉਹਨਾਂ ਆਗੂਆਂ ਦੇ ਉੱਤੇ ਜਿਹੜੇ ਦੇਸ਼ ਦੇ ਆਜ਼ਾਦੀ ਪ੍ਰਵਾਨੇ ਸੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਬਹੁਤ ਸਾਰੇ ਹੋਰ ਆਗੂ ਵੀ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਸੀ। ਉਹਨਾਂ ਦੀ ਚੀਫ ਜਸਟਿਸ ਸਾਹਿਬ ਨੇ, ਜਿਹੜੇ ਸਾਡੇ ਸੋਲਿਸਿਟਰ ਜਨਰਲ ਨੇ ਮਿਸਟਰ ਬੇਨੂ ਗੋਪਾਲ, ਉਹਨਾਂ ਨੂੰ ਕਿਹਾ ਵੀ ਸਰਕਾਰ ਦਾ ਜਵਾਬ ਦਿਓ ਆ ਕੇ ਜੀ, ਇਹਦੀ ਪੈਰ ਪੈਰ ਦੇ ਉੱਤੇ ਦੁਰਵਰਤੋਂ ਹੋ ਰਹੀ ਹੈ ਤੇ ਤੁਸੀਂ ਇਸ ਕਾਨੂੰਨ ਦੇ ਵਿੱਚ ਲਿਆ ਕੇ ਲੋਕਾਂ ਨੂੰ ਜੇਲ੍ਹਾਂ 'ਚ ਸੁੱਟ ਰਹੇ ਹੋ। ਇੱਕ ਪਾਸੇ ਤਾਂ ਇਹ ਟਿੱਪਣੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਕੱਲ ਸਿਰਸਾ ਦੇ ਵਿੱਚ ਜੋ ਵਾਪਰਿਆ ਜੀ, ਉਸ ਮਾਮਲੇ ਦੇ ਵਿੱਚ ਦੇਸ਼ ਧਰੋਹ ਦਾ ਕਾਨੂੰਨ ਲਾ ਦਿੱਤਾ ਹੈਗਾ। ਇੱਕ ਪਾਸੇ ਸੁਪਰੀਮ ਕੋਰਟ ਟਿੱਪਣੀ ਕਰ ਰਹੀ ਹੈ ਵੀ ਇਹ ਬਹੁਤ ਮੰਦਭਾਗੀ ਗੱਲ ਹੈ, ਮਾੜਾ ਕਾਨੂੰਨ ਹੈ, ਤੇ ਦੂਜੇ ਪਾਸੇ ਇਹ ਜਿਹੜੇ ਨਰਿੰਦਰ ਮੋਦੀ ਦੇ ਨਾਲ ਬੜੇ ਆਪਣੇ ਆਪ ਨੂੰ ਬਹੁਤ ਨੇੜਲੇ ਚਹੇਤਿਆਂ ਦੇ ਵਿੱਚੋਂ ਕਹਿੰਦੇ ਆ, ਮਨੋਹਰ ਲਾਲ ਖੱਟੜ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੈ, ਉਹਨਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦੇ ਰਿਹਾ ਹੈ। ਜੇ ਕਿਸਾਨ ਉੱਥੇ ਕਿਸੇ ਦੀ ਉਲੰਘਣਾ ਕਰਦੇ ਆ, ਕਿਸਾਨ ਮਤਲਬ ਇਹਨਾਂ ਭਾਜਪਾਈ ਆਗੂਆਂ ਨੂੰ ਘੇਰਦੇ ਆ, ਤਾਂ ਅੱਜ 7 ਮਹੀਨੇ ਨਹੀਂ 8 ਮਹੀਨਿਆਂ ਦੇ ਨੇੜੇ ਤੇੜੇ ਹੋ ਗਏ ਦਿੱਲੀ ਦੇ ਬੈਠਿਆਂ ਨੂੰ। ਫਿਰ ਤੁਸੀਂ ਉਹਨਾਂ ਦਾ ਮਸਲਾ ਹੱਲ ਕਰੋ, ਕਿਉਂ ਇਸ ਤਰ੍ਹਾਂ ਦਾ ਕੰਮ ਕੀਤਾ। ਇੱਕ ਸਭ ਤੋਂ ਵੱਡੀ ਅਹਿਮ ਗੱਲ ਧਰਮਿੰਦਰ ਇਹਦੇ ਵਿੱਚ ਇਹ ਹੈਗੀ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਨਾ, ਇਹ ਖੇਤੀ ਕਾਨੂੰਨ ਜਿਹੜੇ ਨੇ ਇਹ ਰਾਜ ਦਾ ਵਿਸ਼ਾ ਨੇ, ਕੇਂਦਰ ਦਾ ਵਿਸ਼ਾ ਨਹੀਂ ਹੈਗਾ। ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਆਪਣੀ ਲੱਤ ਫਸਾਈ ਹੈ। ਜਿਹੜੇ ਚੀਜ਼ ਕੇਂਦਰ ਦੇ ਦਾਇਰੇ 'ਚ ਆਉਂਦੇ ਨਹੀਂ, ਉਲਟਾ ਸਮਾਂ ਦੀ ਕੇਂਦਰ ਨੇ, ਜਿਵੇਂ ਤੁਸੀਂ ਦੇਖੋ ਦਿੱਲੀ ਦੇ ਵਿੱਚ ਫਿਰ ਲੋਕਤੰਤਰ ਪ੍ਰਣਾਲੀ ਦਾ ਭੋਗ ਕਿਉਂ ਪਾਇਆ ਹੈਗਾ। ਜੇ ਇੱਕ ਪਾਸੇ ਵੋਟਾਂ ਪਵਾਉਣੇ ਕਾਹਦੇ ਵਾਸਤੇ ਹੋ, ਤਾਂ ਫਿਰ ਨਰਿੰਦਰ ਮੋਦੀ ਨੂੰ ਵੀ ਆਪਦੀ ਕੁਰਸੀ ਛੱਡ ਕੇ ਜਿਹੜਾ ਸਾਡਾ ਰਾਸ਼ਟਰਪਤੀ ਨੂੰ ਫੜਾ ਦੇਣਾ ਚਾਹੀਦਾ ਸਾਰਾ ਕੁਝ। ਸੋ ਉੱਥੇ ਜਿਹੜਾ ਲੋਕਤੰਤਰ ਪ੍ਰਣਾਲੀ ਨਾਲ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਘਟਾ ਕੇ ਤੁਸੀਂ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਦੀਆਂ ਸ਼ਕਤੀਆਂ ਪ੍ਰਦਾਨ ਕਰ ਰਹੇ ਹੋ। ਸੋ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਆ 2014 ਤੋਂ, ਜਿਹੜੇ ਰਾਜਾਂ ਦੇ ਵਿਸ਼ੇ ਸੀ, ਰਾਜਾਂ ਦੀਆਂ ਸ਼ਕਤੀਆਂ ਸੀ, ਫਿਰ ਰਾਜਾਂ ਨੂੰ ਕੁਝ ਸ਼ਕਤੀਆਂ ਰੱਖੀਆਂ ਗਈਆਂ ਸੀ ਸਾਡੇ ਸੰਵਿਧਾਨ ਦੇ ਵਿੱਚ ਵੀ ਆਹ ਚੀਜ਼ਾਂ ਕੇਂਦਰ ਸਰਕਾਰ ਦੇ ਅਧੀਨ ਹੋਣਗੀਆਂ। ਇਹ ਆਹ ਜਿਹੜਾ ਵਰਗ ਹੈਗਾ ਇਹ ਸਾਰਾ ਜਿਹੜਾ ਹੈਗਾ ਇਹ ਰਾਜਾਂ ਦੇ ਅਧੀਨ ਰਹੇਗਾ। ਉਹਨਾਂ ਰਾਜਾਂ ਦੀਆਂ ਸ਼ਕਤੀਆਂ ਨੂੰ ਤੁਸੀਂ ਘਟਾ ਕੇ ਉਹਨਾਂ ਨੂੰ ਤੋੜ ਮਰੋੜ ਕਰਕੇ ਸਾਰਾ ਕੁਝ ਕੇਂਦਰ ਸਰਕਾਰ ਆਪਣੇ ਤੱਕ ਸੀਮਿਤ ਰੱਖਣਾ ਚਾਹੁੰਦੀ ਹੈ। ਲੋਕਤੰਤਰ ਪ੍ਰਣਾਲੀ ਦੇ ਵਿੱਚ ਬਹੁਤ ਮੰਦਭਾਗਾ ਹੈ, ਗਲਤ ਹੈ, ਨਹੀਂ ਹੋਣਾ ਚਾਹੀਦਾ। ਇਹ ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਜਿਹੜਾ ਇਹਨਾਂ ਨੇ ਕੀਤਾ ਨਾ
ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਤੇ ਟਿੱਪਣੀ ਕੀਤੀ ਹੈ ਕਿ 74 ਸਾਲ ਦੇ ਵਿੱਚ ਇਹਦੀ ਪੈਰ ਪੈਰ ਦੇ ਉੱਤੇ ਦੁਰਵਰਤੋਂ ਹੋ ਰਹੀ ਹੈ। ਇਹ ਜਦੋਂ ਅੰਗਰੇਜ਼ਾਂ ਨੇ ਤਾਂ ਕਿਉਂਕਿ ਸਾਨੂੰ ਕੁੱਟਣਾ ਸੀ, ਸਾਨੂੰ ਰੋਕਣਾ ਸੀ, ਸਾਨੂੰ ਆਵਾਜ਼ ਨਹੀਂ ਚੁੱਕਣ ਦੇਣਾ ਸੀ, ਤਾਂ ਉਹ ਦੇਸ਼ ਦੇ ਵਿੱਚ ਜਿਹੜਾ ਇਹ ਦੇਸ਼ ਧਰੋਹ ਦਾ ਕਾਨੂੰਨ ਉਹਨਾਂ ਨੇ ਹੋਂਦ ਦੇ ਵਿੱਚ ਲਿਆਂਦਾ ਸੀ। ਪਰ 74 ਸਾਲ ਤੁਸੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਦੇ ਵਿੱਚ ਕਾਂਗਰਸ ਵੀ ਆਈ, ਭਾਰਤੀ ਜਨਤਾ ਪਾਰਟੀ ਵੀ ਆਈ, ਵਾਜਪਾਈ ਸਾਹਿਬ ਬਣੇ, ਤੇ ਤੀਜਾ ਮੋਰਚਾ ਜਿਹੜਾ ਸੀਗਾ ਜਿਹਦੇ ਵਿੱਚ ਗੁਜਰਾਲ ਸਾਹਿਬ, HD ਦੇਵ ਗੌੜਾ, ਉਸ ਤੋਂ ਪਹਿਲਾਂ ਜਨਤਾ ਪਾਰਟੀ ਵੇਲੇ ਜਦੋਂ ਸਰਕਾਰ ਬਣੀ ਸੀਗੀ 75 ਐਮਰਜੈਂਸੀ ਤੋਂ ਬਾਅਦ ਮਰਾਰਜੀ ਦੇਸਾਈ ਦੀ ਅਗਵਾਈ ਦੇ ਵਿੱਚ, ਸੋ ਉਹ ਸਾਰੇ ਉਸ ਵੇਲੇ ਆਏ ਸਨ, ਪਰ ਕਿਸੇ ਨੇ ਇਸ ਕਾਨੂੰਨ ਬਾਰੇ ਸੋਚਿਆ ਨਹੀਂ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਆਦੇਸ਼ ਦਿੱਤਾ ਹੈਗਾ ਕਿ ਇਹਦੇ ਤੇ ਇਹਨੂੰ ਰੱਦ ਕੀਤਾ ਜਾਵੇ, ਇਹਦੀ ਦੁਰਵਰਤੋਂ ਬਹੁਤ ਹੋ ਰਹੀ ਹੈ, ਇੱਕ ਸਵਾਗਤਯੋਗ ਕਦਮ। ਜੀ ਬਿਲਕੁਲ ਸਾਹਿਬ, ਕਿਸਾਨਾਂ ਦੇ ਉੱਤੇ ਲਗਾਤਾਰ ਪਰਚੇ ਦਰਜ ਹੋ ਰਹੇ ਨੇ ਜਿਹਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ, ਤੇ ਨਾਲ ਹੀ ਕਾਂਗਰਸ ਦੇ ਵਿੱਚ ਜਿਹੜਾ ਘਮਾਸਾਨ ਪਿਆ ਹੈ ਉਹ ਕਦੋਂ ਕੁ ਹੱਲ ਹੋ ਜਾਏਗਾ। ਨਵਜੋਤ ਸਿੱਧੂ ਦੇ ਬਾਰੇ ਇਹ ਬਿਆਨ ਆਇਆ ਸੀਗਾ ਹਰੀਸ਼ ਰਾਵਤ ਦਾ ਕਿ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਕਾਂਗਰਸ ਦਾ, ਪਰ ਜਿਹੜੇ ਸਮਰਥਕਾਂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਸਮਰਥਕਾਂ ਵੱਲੋਂ ਲੱਡੂ ਤੱਕ ਵੰਡ ਦਿੱਤੇ ਗਏ, ਤੇ ਨਾਲ ਹੀ ਅੱਜ ਵੀ ਜਿਹੜੀ ਮੁਲਾਕਾਤ ਹੋਈ ਹੈ ਸੋਨੀਆ ਗਾਂਧੀ ਦੇ ਨਾਲ ਨਵਜੋਤ ਸਿੱਧੂ ਦੀ, ਉਹਦੇ ਵਿੱਚ ਵੀ ਇਹ ਫਿਲਹਾਲ ਕੋਈ ਸਿੱਟਾ ਨਿਕਲ ਕੇ ਬਾਹਰ ਨਹੀਂ ਆਇਆ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਰੇੜਕਾ ਕਦੋਂ ਤੱਕ ਚੱਲਦਾ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਇਹਦਾ ਕੀ ਅਸਰ ਪਊਗਾ? ਧਰਮਿੰਦਰ ਜੀ, ਜੇ ਇਹ ਇਹਨਾਂ ਦੀ ਹਾਈ ਕਮਾਂਡ ਬੀਬੀ ਇੰਦਰਾ ਗਾਂਧੀ ਵਾਲੀ ਹੁੰਦੀ ਤਾਂ ਹੁਣ ਨੂੰ ਸਮਝੌਤਾ ਹੋ ਜਾਣਾ ਸੀ, ਹੁਣ ਤੱਕ ਉਹਨੇ ਦਬਕੇ ਨਾਲ ਕਰਾ ਲੈਣਾ ਸੀ। ਪਰ ਜਿਹੜੀ ਇਹ ਹਾਈ ਕਮਾਂਡ ਆ, ਉਹਨੂੰ ਹਾਈ ਕਮਾਂਡ ਨਾ ਕਹੋ, ਉਹ ਤਾਂ ਲੋ ਕਮਾਂਡ ਤੋਂ ਵੀ ਥੱਲੇ ਤੁਰੀ ਫਿਰਦੀ ਹੈ। ਉਹਨਾਂ ਨੇ ਦੀਆਂ ਨੀਤੀਆਂ ਕਾਰਨ ਕਈ ਰਾਜਾਂ ਦੇ ਵਿੱਚੋਂ ਕਾਂਗਰਸ ਬਾਹਰ ਹੁੰਦੀ ਜਾ ਰਹੀ ਹੈ ਜੀ। ਤੁਸੀਂ ਦੇਖੋ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਕਾਂਗਰਸ ਦਾ ਹਾਲ ਕੀ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਚੰਗੀ ਭਲੀ ਸਰਕਾਰ ਜਿੱਤੀ ਵੀ, ਜੇ ਇਹਨਾਂ ਨੇ ਸਹੀ ਨੀਤੀ ਅਪਣਾਈ ਹੁੰਦੀ, ਜੋਤੀ ਆਦਿਤਿਆ ਰਾਏ ਸਿੰਧੀਆ ਨੂੰ ਸਾਂਭਿਆ ਹੁੰਦਾ ਤਾਂ ਅੱਜ ਇਹ ਮੱਧ ਪ੍ਰਦੇਸ਼ ਦੇ ਵਿੱਚ ਰਾਜ ਕਰਦੇ ਹੁੰਦੇ ਜੀ। ਰਾਜਸਥਾਨ ਦੀ ਸਰਕਾਰ ਚਲਦੀ ਚਲਦੀ ਬਚੀ ਹੈ, ਉੱਥੇ ਵੀ ਜਿਹੜਾ ਉਹ ਮੁੰਡਾ ਨੌਜਵਾਨ ਮੁੰਡਾ ਹੈਗਾ ਸਚਿਨ ਪਾਇਲਟ, ਉਹ ਬਖਰੇਵੇਂ ਦੇ ਉੱਤੇ ਚੱਲ ਰਿਹਾ, ਉਹਨੂੰ ਸਮਝਾਉਣ ਦਾ ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਜੀ। ਇਹ ਰਹਿ ਗਈ ਉਦੋਂ ਬਾਅਦ ਛੱਤੀਸਗੜ੍ਹ ਤੇ ਪੰਜਾਬ ਦਾ ਜਿਹੜਾ ਕਾਟੋ ਕਲੇਸ਼ ਪਿਆ ਹੈ, ਇਹ ਇਕੱਠੇ ਹੋ ਕੇ ਚੋਣ ਨਹੀਂ ਲੜ ਸਕਦੇ। ਜਿਹੜਾ ਬੰਦਾ ਬਹਿ ਜੇ 80 ਸਾਲ ਦੇ, ਇਹਨਾਂ ਤੇ ਮੇਰਾ ਖਿਆਲ ਹੈ ਕੋਈ ਸਾਂਝੇ ਤੌਰ ਦੇ ਉੱਤੇ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ 75 ਸਾਲ ਤੱਕ ਕੋਈ ਬੰਦਾ ਚੋਣਾਂ ਲੜ ਸਕਦਾ ਹੈ, ਉਸ ਤੋਂ ਬਾਅਦ ਉਹ ਚੋਣ ਲੜਨ ਤੋਂ ਅਸਮਰਥ ਕੀਤਾ ਜਾਵੇ। ਦੂਜਾ, ਮੁਲਾਜ਼ਮਾਂ, ਅੱਜ ਜਿਹੜੇ ਕੱਚੇ ਮੁਲਾਜ਼ਮ ਪੱਕੇ ਹੋਣ ਨੂੰ ਫਿਰਦੇ ਨੇ, ਮੁਲਾਜ਼ਮਾਂ ਦੀਆਂ ਲਗਾਤਾਰ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ। ਉਮਰ ਦੇ ਵਿੱਚ 58 ਸਾਲ ਤੇ ਬੰਦਾ ਰਿਟਾਇਰ ਕਰ ਦਿੱਤਾ ਜਾਂਦਾ, ਫਿਰ ਇਹਨਾਂ ਕੋਲੇ ਕਿਹੜਾ ਫਾਰਮੂਲਾ ਹੈਗਾ ਜਿਹਦੇ ਨਾਲ ਇਹਨਾਂ ਨੂੰ 100 200 ਸਾਲ ਤੋਂ ਅਧਿਕਾਰ ਦੇਤਾ ਕਿ ਤੁਸੀਂ ਜਦੋਂ ਮਰਜ਼ੀ ਤੱਕ ਬੈਠੇ ਰਹੋ? ਇਹ ਮੰਦਭਾਗਾ ਹੈ। ਜਿਹੜੀ ਹਾਈ ਕਮਾਂਡ ਹੈ, ਉਹਨੂੰ ਹਾਈ ਕਮਾਂਡ ਵਾਲੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਜੇ ਤੁਸੀਂ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਅੱਗੇ ਨਹੀਂ ਲੈ ਕੇ ਆਉਂਗੇ ਤਾਂ ਤੁਹਾਨੂੰ ਇਸੇ ਤਰ੍ਹਾਂ ਨੁਕਸਾਨ ਹੋਵੇਗਾ। ਫਿਰ ਨਰਿੰਦਰ ਮੋਦੀ ਨੇ ਜਿਹੜਾ ਸ਼ਬਦ ਕਿਹਾ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾ ਦੇਵਾਂਗੇ, ਉਹ ਕਾਂਗਰਸ ਮੁਕਤ ਭਾਰਤ ਬਣਾਉਣ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਆ ਥੋੜਾ ਚਿਰ ਪਹਿਲਾਂ ਬਿਹਾਰ ਦੀਆਂ ਚੋਣਾਂ ਲੰਘ ਕੇ ਹਟ ਗਏ ਨੇ, ਬਿਹਾਰ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ 35 ਤੋਂ 70 ਸੀਟਾਂ ਮੰਗ ਲਈਆਂ ਜੀ, ਜਿੱਤੀਆਂ ਕਿੰਨੀਆਂ? 22। ਦੂਜੇ ਪਾਸੇ ਜਿਹੜੀਆਂ ਖੱਬੀਆਂ ਧਿਰਾਂ ਸੀ, ਉਹਨਾਂ ਨੇ 30 ਸੀਟਾਂ ਜਿਹੜੀਆਂ ਸੀਗੀਆਂ ਉਹ ਲਈਆਂ। 30 ਦੇ ਵਿੱਚੋਂ ਨਾ, ਇਹ ਤਾਂ ਮੇਰੇ ਕੋਲ 20 ਵੀ ਨਹੀਂ ਜਿੱਤੇ, ਉਹ 30 ਦੇ ਵਿੱਚੋਂ 22 ਜਿੱਤ ਗਏ। ਤਾਂ ਜਿਹੜਾ ਰਾਸ਼ਟਰੀ ਜਨਤਾ ਦਲ ਹੈ ਉਹਨਾਂ ਦਾ, RJD, ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ, ਉਹਨੇ ਬਥੇਰਾ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਸੀਂ ਸੀਟਾਂ ਲੈ ਲਓ 35 ਤੋਂ 40 ਕੋ, ਬਾਕੀ ਸਾਨੂੰ ਲੜਨ ਦਿਓ। ਉੱਥੋਂ ਬਾਹਰ ਹੋ ਗਈ, ਨਹੀਂ ਇਹ ਸਾਂਝੀ ਸਰਕਾਰ ਉੱਥੇ ਬਣ ਜਾਣੀ ਸੀ। ਪੱਛਮੀ ਬੰਗਾਲ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ? ਪੱਛਮੀ ਬੰਗਾਲ ਦੇ ਵਿੱਚ ਜਿੱਥੇ ਕਈ ਵਾਰ ਤਾਂ ਇਹ ਕੰਮ ਕਰਦੇ ਨੇ, ਆਪ ਵੀ ਡੋਬੇ ਜਜਮਾਨ ਵੀ ਡੋਬੇ, ਠੀਕ ਹੈ, ਆਪ ਤਾਂ ਡੁੱਬੇ ਹੀ ਸੀ, ਜਜਮਾਨ ਵੀ ਡੋਬੇ। ਇਹਨਾਂ ਦਾ ਨੂੰ ਜੇ ਵਕਤ ਸਿਰ ਇਹਨਾਂ ਨੇ ਫੈਸਲਾ ਨਾ ਕੀਤਾ ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ ਇੱਕ ਹੋਰ ਰਾਜ ਜਿਹੜਾ ਹੈਗਾ ਇਹਨਾਂ ਦੇ ਰਾਜ ਤੋਂ ਖੁੱਸ ਜਾਵੇਗਾ। ਫਿਰ ਆਪਸ ਤਾਂ ਇਹ ਕਿਹਾ ਹੋਇਆ ਜਾਂ ਚਿਗੜਿਆ ਚੁਗਲੇ ਖੇਤ, ਫਿਰ ਕੋਈ ਬਹੁਤਾ ਗੱਲ ਨਹੀਂ ਰਹਿਣੀ, ਠੀਕ ਹੈ ਜੀ। ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਫਿਰ ਇਕੱਲੇ ਬਹਿ ਕੇ ਤਿੰਨੇ ਆਪਣਾ ਨਾ ਕੀ ਦੋਨੇ ਭੈਣ ਭਰਾ ਤੇ ਮਾਤਾ ਇਕੱਠੇ ਬਹਿ ਕੇ ਵਿਚਾਰ ਵਟਾਂਦਰਾ ਕਰ ਲਿਆ ਰਹਿਣ, ਰਾਜ ਤਾਂ ਇਹਨਾਂ ਦੇ ਕੋਲੇ ਕੋਈ ਰਹਿਣਾ ਨਹੀਂ। ਸੋ ਅੱਜ ਇਸ ਸਥਿਤੀ ਦੇ ਵਿੱਚ ਇਹਨਾਂ ਨੂੰ ਸੰਭਲਣਾ ਚਾਹੀਦਾ, ਕੰਮ ਕਰਨਾ ਚਾਹੀਦਾ। ਅੱਜ ਬਿਆਨ ਛਪਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਮੇਰੀ ਅਗਵਾਈ 'ਚ ਚੋਣਾਂ ਲੜੀਆਂ ਜਾਣਗੀਆਂ। ਜਿਹੜਾ ਪ੍ਰਸ਼ਾਂਤ ਕਿਸ਼ੋਰ ਇਹਨਾਂ ਨੇ ਉਹ ਜਿਹੜਾ ਮੈਨੇਜਮੈਂਟ ਕਰਦਾ ਚੋਣਾਂ ਦੀ, ਉਹਨੇ ਵੀ ਦਿੱਲੀ ਦੇ ਸੂਤਰ ਦੱਸਦੇ ਆ ਕਿ ਕਹਿ ਦਿੱਤਾ ਹੈਗਾ ਕਿ ਕੈਪਟਨ
ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਇਸੇ ਕਰਕੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਲਿਆਂਦਾ ਸੀ ਜੀ। ਇਹਨਾਂ ਦੀਆਂ ਕੱਲ ਮੀਟਿੰਗਾਂ ਵੀ ਹੋਈਆਂ। ਪਹਿਲਾਂ ਤਾਂ ਇੱਕ ਵਾਰੀ ਜਿਹੜਾ ਹਰੀਸ਼ ਰਾਵਤ ਦਾ ਬਿਆਨ ਸੀ ਉਹਨੂੰ ਲੈ ਕੇ ਬਹੁਤ ਸਾਰੇ ਮੀਡੀਆ ਵਰਗ ਦੇ ਵਿੱਚ ਇਹ ਸਾਰਾ ਕੁਝ ਹੋ ਗਿਆ ਸੀ। ਉਹਨਾਂ ਨੇ ਇਸ ਮਾਮਲੇ ਨੂੰ ਕਹਿਤਾ ਤੇ ਸਾਰਿਆਂ ਨੇ ਚਲਾ ਵੀ ਦਿੱਤਾ। ਆਪਾਂ ਕੱਲ ਐਸੇ ਪ੍ਰੋਗਰਾਮ ਦੇ ਵਿੱਚ ਸ਼ਾਮ ਦੇ ਵਿੱਚ ਮੈਂ ਕਿਹਾ ਸੀ ਕਿ ਅਜੇ ਜਿਹੜਾ ਆਫੀਸ਼ੀਅਲ ਐਲਾਨ ਹੈ ਉਹ ਐਲਾਨਨਾਮਾ ਨਹੀਂ ਹੋਇਆ। ਜਦੋਂ ਤੱਕ ਬੀਬੀ ਸੋਨੀਆ ਗਾਂਧੀ ਐਲਾਨ ਨਹੀਂ ਕਰਦੀ ਉਦੋਂ ਤੱਕ ਇਹਨੂੰ ਐਲਾਨ ਨਾ ਮੰਨਿਆ ਜਾਵੇ। ਲੇਕਿਨ ਸੂਤਰਾਂ ਦੇ ਹਵਾਲੇ ਨਾਲ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੀ ਕੁਰਸੀ, 2 ਬੰਦੇ ਉਹਦੇ ਨਾਲ ਐਕਟਿੰਗ ਪ੍ਰਧਾਨ ਲਾਏ ਜਾਣ, ਇੱਕ ਵਿਜੇਂਦਰ ਸਿੰਘਲਾ ਹਿੰਦੂ ਵਰਗ ਚੋਂ, ਦੂਜਾ ਦਲਿਤ ਵਰਗ ਦੇ ਵਿੱਚੋਂ ਜਿਹੜਾ ਸੀਗਾ ਉਹ ਚੌਧਰੀ ਸੰਤੋਖ ਸਿੰਘ ਜਿਹੜੇ ਕਿ ਜਲੰਧਰ ਤੋਂ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ ਜੀ। ਇਸੇ ਤਰ੍ਹਾਂ 2 ਬੰਦਿਆਂ ਨੂੰ ਜਿਹੜਾ ਸੀਗਾ ਉਹ ਮੰਤਰੀ ਮੰਡਲ ਦੇ ਵਿੱਚ ਪੱਕਾ ਕੀਤਾ ਜਾਵੇ, ਰਾਜਕੁਮਾਰ ਵੇਰਕਾ ਤੇ ਇੱਕ ਹੋਰ ਵਿਅਕਤੀ ਨੂੰ। ਇਸੇ ਤਰ੍ਹਾਂ ਜਿਹੜਾ ਚੋਣ ਮੈਨੀਫੈਸਟੋ ਕਮੇਟੀ ਹੈ ਉਹਦਾ ਪ੍ਰਤਾਪ ਸਿੰਘ ਬਾਜਵਾ ਨੂੰ ਮੁਖੀ ਲਾਇਆ ਜਾਵੇ ਜੀ। ਪ੍ਰਚਾਰ ਕਮੇਟੀ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਰੱਖ ਲਿਆ ਜਾਵੇ। ਇਸ ਤਰ੍ਹਾਂ ਦਾ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਸੀ। ਪਰ ਕਈ ਵਿਧਾਇਕਾਂ ਨੇ ਤੁਸੀਂ ਦੇਖੋ ਕੱਲ ਸਵਾਗਤ ਵੀ ਕਰਤਾ ਸੀਗਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਆ ਗਿਆ ਤਾਂ ਉਹਦਾ ਸਵਾਗਤ ਕਰਦੇ ਹਾਂ। ਇਹ ਪੇਚ ਅਜੇ 2 ਸਿੱਧੂਆਂ ਦੇ ਵਿਚਕਾਰ ਫਸਿਆ ਹੋਇਆ ਹੈ ਜੀ। ਇੱਕ ਮਿਆਨ ਦੇ ਵਿੱਚ 2 ਤਲਵਾਰਾਂ ਨਹੀਂ ਰਹਿਣੀਆਂ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਪ੍ਰਜਾਪਤ ਵਿਚਾਰਾ ਆਪਦੀਆਂ 2 ਧੀਆਂ ਨੂੰ ਮਿਲਣ ਗਿਆ। ਇੱਕ ਘੜੇ ਬਣਾਉਂਦੀ ਹੁੰਦੀ ਸੀ, ਮਿੱਟੀ ਦੇ ਭਾਂਡੇ ਬਣਾਉਂਦੀ ਸੀ। ਉਹ ਪਹਿਲਾਂ ਉਹਦੇ ਕੋਲੇ ਗਿਆ, ਉਹਨੂੰ ਕਹਿੰਦਾ ਪੁੱਛਦਾ ਵੀ ਕਿਵੇਂ ਆ ਤੇਰਾ। ਉਹ ਕਹਿੰਦੀ ਵੀ ਜੇ 4 ਕਣੀਆਂ ਨਾ ਪਈਆਂ ਤਾਂ ਸਾਡੇ ਭਾਂਡੇ ਭੁੰਡੇ ਚੰਗੇ ਵਿਕ ਜਾਣਗੇ, ਤਾਂ ਸਾਡੇ 4 ਕੋਠੀ ਦਾਣੇ ਆ ਜਾਣਗੇ। ਦੂਜੇ ਖੇਤੀ ਕਰਦੇ ਸੀ, ਉਹ ਕਹਿੰਦੇ ਵੀ ਜੇ ਇੱਕ ਮੀਂਹ ਨਾ ਪਿਆ ਨਾ ਔੜ ਲੱਗ ਗਈ, ਭੁੱਖੇ ਮਰ ਜਾਣਗੇ। ਤਾਂ ਮਤਲਬ ਮੀਂਹ ਪੈਣ ਦੇ ਨਾਲ 4 ਟਾਂਡੇ ਹੋ ਜਾਣਗੇ। ਤਾਂ ਜਦੋਂ ਉਹ ਵਾਪਸ ਆਇਆ ਆ ਕੇ ਪੁੱਛਦਾ ਤੇ ਮੀਂਹ ਪੈ ਗਿਆ ਜ਼ੋਰ ਸ਼ੋਰ ਨਾਲ। ਉਹ ਘਰ ਵਾਲੀ ਪੁੱਛਦੀ ਆ ਵੀ ਜਾ ਕੇ ਆਇਆ 2 ਕੁੜੀਆਂ ਕੋਲੇ ਕੀ ਫਰਕ ਹੈ। ਕਹਿੰਦਾ ਗੱਲ ਸੁਣ ਲੈ ਮੇਰੀ ਧਿਆਨ ਨਾਲ, ਮੀਂਹ ਗਿਆ ਪੈ ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ। ਸੋ ਇਹ ਸਥਿਤੀ ਉਸ ਕਿਸਮ ਦੀ ਬਣੀ ਹੋਈ ਹੈ ਵੀ ਜਾਂ ਕੈਪਟਨ ਅਮਰਿੰਦਰ ਸਿੰਘ ਦੇਖੋ ਇਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਮੈਂ ਅਗਲੀ ਚੋਣ ਨਹੀਂ ਲੜਾਂਗਾ। ਹੁਣ ਇਹਨਾਂ ਨੇ ਫੇਰ ਆਪਦਾ ਜਿਹੜਾ ਹੈਗਾ ਡਫਲੀ ਵਜਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਬਦਕਿਸਮਤੀ ਹੈ ਪਾਰਟੀਆਂ ਦੀ ਕਿ ਉਹ ਕਦੇ ਵੀ ਦੂਜੀ ਕਤਾਰ ਦੀ ਲੀਡਰਸ਼ਿਪ ਨੂੰ ਪੈਦਾ ਹੋਣ ਹੀ ਨਹੀਂ ਦਿੰਦੀਆਂ। ਜੇ ਦੂਜੀ ਕਤਾਰ ਦੀ ਲੀਡਰਸ਼ਿਪ ਪੈਦਾ ਹੀ ਨਹੀਂ ਹੋਊਗੀ ਤੇ ਫਿਰ ਤੁਸੀਂ ਆਪਦੀ ਪਾਰਟੀ ਨੂੰ ਸਰਵਾਈਵ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਜਿਹੜੀ ਦੂਜੀ ਕਤਾਰ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ। ਜੇ ਨੌਜਵਾਨ, ਮੇਰਾ ਖਿਆਲ ਹੈ ਕਿ ਜਿਹੜੇ ਰਾਹੁਲ ਗਾਂਧੀ ਨੇ ਉਹ ਨੌਜਵਾਨ ਵਰਗ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ, ਸੈਕੰਡ ਕਤਾਰ ਨੂੰ ਅੱਗੇ ਲੈਣਾ ਚਾਹੁੰਦੇ ਨੇ। ਪਰ ਮੈਨੂੰ ਲੱਗਦਾ ਮਾਤਾ ਜੀ ਦਾ ਜਿਹੜਾ ਮੋਹ ਹੈ ਉਹ ਅਜੇ ਵੀ ਕਈ ਬਜ਼ੁਰਗਾਂ ਦੇ ਨਾਲ ਹੈ, ਕਿਉਂਕਿ ਉਹਨਾਂ ਦੇ ਹਾਣੀ ਵੀ ਹੁੰਦੇ ਸੀਗੇ। ਕਾਂਗਰਸ ਨੂੰ ਆਪਣਾ ਕੁਝ ਨਾ ਕੁਝ ਕਰਨਾ ਪਵੇਗਾ, ਨਹੀਂ ਕਾਂਗਰਸ ਦੁਫਾੜ ਹੋ ਜਾਵੇਗੀ। ਦੇਖੋ ਜਿਹੜਾ ਕੈਪਟਨ ਸਾਹਿਬ ਨੇ 4.5 ਸਾਲ ਸਰਕਾਰ ਚਲਾਈ ਆ ਹੁਣ ਤੱਕ, ਉਹਦੇ ਤੋਂ ਸਿੱਟਾ ਇਹ ਨਿਕਲਦਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਜਦੋਂ ਬੰਦਾ ਪਰਖ ਲਿਆ, ਉਹਨਾਂ ਦੇ ਕਈ ਚੀਜ਼ਾਂ ਇੱਥੇ ਪਈਆਂ ਨੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਤੇ ਬਾਰ-ਬਾਰ ਨੁਕਤਾਚੀਨੀ ਹੋ ਰਹੀ ਹੈ। ਕਾਂਗਰਸ ਨੇ ਜੇ ਆਪਣਾ ਚਿਹਰਾ ਬੁਰਾ ਬਦਲਣ ਦਾ ਯਤਨ ਨਾ ਕੀਤਾ ਤਾਂ ਇੱਕ ਹੋਰ ਰਾਜ ਜਿਹੜਾ ਹੈਗਾ ਉਹ ਕਾਂਗਰਸ ਤੋਂ ਮੁਕਤ ਹੋ ਜਾਵੇਗਾ ਜੀ। ਬਿਲਕੁਲ ਟੱਲਾ ਸਾਹਿਬ, ਬੇਅਦਬੀਆਂ ਦੀ ਗੱਲ ਕਰ ਲਈਏ ਤਾਂ ਬੇਅਦਬੀਆਂ ਹੋਈਆਂ, ਸਿੱਖ ਹਿਰਦੇ ਬਲੂੰਦਰੇ ਗਏ, ਨਾਲ ਹੀ ਜਿੰਨੇ ਵੀ ਸੰਵੇਦਨਸ਼ੀਲ ਹਿਰਦੇ ਨੇ ਉਹਨਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਸੀਗੀ। ਇਸ ਦੇ ਚੱਲਦਿਆਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸੀ ਕਿ ਇਸ ਮਾਮਲੇ ਦੇ ਉੱਤੇ, ਬੇਅਦਬੀ ਮਾਮਲਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੇ ਹੁਣ ਪੁਲਿਸ ਵੱਲੋਂ ਦੁਬਾਰਾ ਬੇਅਦਬੀ ਕੇਸ ਦੇ ਵਿੱਚ ਸੋਧਿਆ ਹੋਇਆ ਚਲਾਨ ਪੇਸ਼ ਕਰਨ ਦੀ ਗੱਲ ਕਹੀ ਗਈ ਹੈ। ਦੇਖੋ ਸੋਧਿਆ ਹੋਇਆ ਤਾਂ ਆਪੇ ਹੋਏਗਾ। ਜਦੋਂ ਹਾਈ ਕੋਰਟ ਨੇ ਇੱਕ ਚਲਾਨ ਰੱਦੀ ਕਰਤਾ ਕਿ ਦੁਬਾਰਾ ਜਾਂਚ ਕਰਕੇ ਇੱਥੇ ਲਿਆਓ, ਤੇ ਜਿਹੜਾ ਨਵਾਂ ਜਾਏਗਾ ਸੋਧਿਆ ਹੋਇਆ ਹੀ ਜਾਏਗਾ। ਜਥੇਦਾਰ ਸਾਹਿਬ ਜਿਹੜੀਆਂ ਗੱਲਾਂ ਕਰਦੇ ਆ ਨਾ, ਪਹਿਲਾਂ ਉਹਨਾਂ ਨੂੰ ਵੀ ਪੁੱਛ ਲੈਣ ਜਿਨ੍ਹਾਂ ਦੇ ਵੇਲੇ ਸਾਰਾ ਕੁਝ ਵਾਪਰਿਆ ਸੀ ਜੀ। ਇੱਕ ਗੱਲ ਨਵੀਂ ਚੱਲੀ ਹੈ ਕਿ ਜਿਹੜਾ ਡੇਰੇ ਵਾਲਾ ਸੱਚੇ ਸੌਦੇ ਵਾਲਾ ਬਾਬਾ ਹੈਗਾ ਉਹ ਰਾਮ ਰਹੀਮ ਸਿੰਘ, ਗੁਰਮੀਤ ਰਾਮ ਰਹੀਮ ਸਿੰਘ, ਉਹਦਾ ਆਇਆ ਕਿ ਉਹਨੂੰ ਕੋਈ ਕਹਿੰਦਾ ਜੀ ਉਹਨੂੰ ਚਲਾਨ ਨਹੀਂ ਪੇਸ਼ ਕੀਤਾ, ਉਹਨੂੰ ਵਿੱਚੋਂ ਕੱਢਤਾ, ਆਹ ਕਰਤਾ, ਉਹ ਕਰਤਾ। ਪਹਿਲਾਂ ਪਿਛਲਿਆਂ ਨੂੰ ਪਹਿਲਾਂ ਸਪਸ਼ਟ ਪੁੱਛ ਲਓ ਵੀ ਤੁਸੀਂ ਜਿਹੜਾ ਚਲਾਨ ਪੇਸ਼ ਕੀਤੇ ਸੀ ਉਹ ਬਾਬੇ ਨੂੰ ਉਹਦੇ ਵਿੱਚ ਰੱਖਿਆ ਸੀ ਉਸ ਵੇਲੇ ਦੀ ਪੁਲਿਸ ਨੇ। ਬਾਅਦ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜਦੋਂ ਜਾਂਚ ਕਰਦੇ ਸੀ ਨਾ, ਤਾਂ ਉਹਨਾਂ ਨੇ ਅਦਾਲਤ ਤੋਂ ਆਗਿਆ ਮੰਗੀ ਸੀ ਕਿ ਸਾਨੂੰ ਬਾਬੇ ਤੋਂ ਪੁੱਛਗਿੱਛ ਕਰਨੀ ਹੈ, ਉਹ ਇਸ ਕਰਕੇ ਬਾਬੇ ਤੋਂ ਆਗਿਆ ਦਿੱਤੀ ਜਾਵੇ। ਉਸ ਵੇਲੇ ਹਰਿਆਣਾ ਦੀ ਸਰਕਾਰ ਨੇ ਵੀ ਇਸ ਗੱਲ ਦੀ ਆਗਿਆ ਦਿੱਤੀ ਸੀ ਕਿ ਤੁਸੀਂ ਉੱਥੇ ਸੁਨਾਰੀਆ ਜੇਲ੍ਹ ਜਾ ਕੇ ਪੁੱਛਗਿੱਛ ਕਰ ਸਕਦੇ ਹੋ।
ਪਰ ਪੁੱਛਗਿੱਛ ਨਹੀਂ ਸੀ ਹੋਈ। ਇਹ ਤਾਂ ਸਾਰਿਆਂ ਨੂੰ ਪਤਾ ਵੀ ਅਸਲ ਪੁਆੜੇ ਦੀ ਜੜ ਤਾਂ ਉਹੀ ਹੈ, ਦੂਜੇ ਤਾਂ ਵੱਖਰੇ ਸੀ। ਆਪਾਂ ਬਾਰ-ਬਾਰ ਰਿਪੀਟ ਕਰਦੇ ਹੁੰਦੇ ਆ, ਜਦੋਂ ਕੋਟਕਪੂਰੇ ਦੇ ਵਿੱਚ ਇਹ ਲੱਗਿਆ ਹੋਇਆ ਸੀ ਨਾ ਦੀਵਾਨ ਜੀ ਭਾਈ ਮਾਝੀ ਦਾ ਤੇ ਉਹ ਭਾਈ ਪੰਥਪ੍ਰੀਤ ਸਿੰਘ ਦਾ, ਉਹਦੇ ਵਿੱਚ ਬਹੁਤ ਸਾਰਿਆਂ ਨੇ ਇਹਦੇ ਬਾਬੇ ਦੇ ਤਵੀਤ ਕੱਢ ਕੇ ਜਿਹੜੇ ਸੀ ਨਾ ਸੜਕਾਂ ਤੇ ਸਿੱਟਦੇ ਸੀ ਤੇ ਪੈਰਾਂ ਥੱਲੇ ਆਏ ਸੀ। ਇਹ ਉੱਥੋਂ ਚੱਲਿਆ ਸੀ ਕੰਮ ਕਿ ਜੇ ਤੁਸੀਂ ਸਾਡੇ ਗੁਰੂ ਦੇ ਪੈਰਾਂ ਥੱਲੇ ਤਾੜੋਗੇ, ਅਸੀਂ ਵੀ ਤੁਹਾਡੇ ਗੁਰੂ ਨੂੰ ਇਸੇ ਤਰ੍ਹਾਂ ਹੀ ਕਰਾਂਗੇ। ਬੁਰਜ ਜਵਾਰ ਸਿੰਘ ਵਾਲਾ ਪਿੰਡ ਹੈ ਫਰੀਦਕੋਟ ਜ਼ਿਲ੍ਹੇ ਦਾ, ਉੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ, ਲਲਕਾਰ ਕੇ ਚੋਰੀ ਹੁੰਦੇ ਨੇ। ਤਾਂ ਉਦੋਂ ਬਾਅਦ ਉਹਨਾਂ ਦੇ ਜਿਹੜੇ ਅੰਗ, ਜਿਹੜੇ ਪੰਨੇ ਆ ਗੁਰੂ ਗ੍ਰੰਥ ਸਾਹਿਬ ਦੇ, ਜਿਨ੍ਹਾਂ ਨੂੰ ਸਿੱਖੀ ਸਰੂਪ ਦੇ ਵਿੱਚ ਅੰਗ ਕਿਹਾ ਜਾਂਦਾ, ਇਹ ਗੁਰੂ ਸਾਹਿਬ ਦੇ ਅੰਗ ਨੇ, ਉਹਨਾਂ ਨੂੰ ਪੈਰ ਖਿਲਾਰਿਆ ਗਿਆ, ਉਹਨਾਂ ਦੀ ਬੇਅਦਬੀ ਹੋਈ। ਇਹ ਸਾਰਾ ਮਾਮਲਾ ਜਿਹੜਾ ਹੈਗਾ ਇੱਕ ਖਾਸ ਰਾਜਸੀ ਪਾਰਟੀ ਵੱਲੋਂ ਆਪਣੇ ਸਿਆਸੀ ਜਿਹੜਾ ਕਰਨ ਹੋਇਆ ਉਹਦੇ ਤੋਂ ਕੀਤਾ ਗਿਆ, ਕਿਉਂਕਿ 2007 ਚ ਸੌਦਾ ਕੈਪਟਨ ਅਮਰਿੰਦਰ ਸਿੰਘ ਮਾਰ ਗਿਆ ਸੀ। ਉਦੋਂ ਬਾਅਦ ਜਿਹੜਾ ਉਹਨੇ ਸਾਂਗ ਰਚਿਆ ਸੀਗਾ ਗੁਰੂ ਸਾਹਿਬ ਦਾ ਤੇ ਜਾਮੇ ਹਿੰਸਾ ਛਕਾਇਆ ਸੀਗਾ, ਉਹ ਸੌਦਾ ਉਸ ਵੇਲੇ ਦੂਜਿਆਂ ਨੇ ਮਾਰਿਆ, ਉਹਦਾ ਕੇਸ ਵਾਪਸ ਲੈ ਲਿਆ। ਜੇ 2007 ਦੇ ਵਿੱਚ ਇਹ ਹੁਕਮਨਾਮਾ ਕਰਦੇ ਹੀ ਨਾ ਤਾਂ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਹੋਣਾ। ਪਹਿਲਾਂ 1978 ਚ ਪਹਿਲਾ ਹੁਕਮਨਾਮਾ ਹੋਇਆ ਸੀ ਨਿਰੰਕਾਰੀਆਂ ਦੇ ਖਿਲਾਫ, 2007 ਚ ਹੁਕਮਨਾਮਾ ਕਰਾਇਆ ਗਿਆ ਜਦੋਂ ਸਾਰੀਆਂ ਵੋਟਾਂ ਜਿਹੜੀਆਂ ਸੀਗੀਆਂ, ਬਹੁਤ ਗਿਣਤੀ ਵੋਟਾਂ ਕੈਪਟਨ ਅਮਰਿੰਦਰ ਸਿੰਘ ਸੌਦਾ ਮਾਰ ਗਿਆ ਸੀ, ਤਾਂ ਅਕਾਲੀਆਂ ਨੂੰ ਚੁਭਿਆ ਬਹੁਤ ਕਿ ਮਾਲਵੇ ਦੇ ਵਿੱਚੋਂ ਸਾਡਾ ਸਫਾਇਆ ਹੋ ਗਿਆ, ਜਿਹਦੇ ਤੇ ਦਾਅਵਾ ਕਰਦੇ ਸੀ। 2007 ਤੋਂ ਅਕਾਲੀਆਂ ਦਾ ਸਫਾਇਆ ਹੋਇਆ ਵਾ, ਅਜੇ ਤੱਕ ਪੈਰ ਉਹਨਾਂ ਦੇ ਦੁਬਾਰਾ ਉੱਥੇ ਨਹੀਂ ਲੱਗੇ। ਜੀ ਬਿਲਕੁਲ ਢਿੱਲੋਂ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀਗਾ ਤਾਂ ਉੱਥੋਂ ਇੱਕ ਪੁਰਾਤਨ ਇਮਾਰਤ ਨਿਕਲੀ ਹੈ। ਕੁਝ ਲੋਕ ਕਹਿ ਰਹੇ ਨੇ ਕਿ ਇਹ ਪੁਰਾਣੀਆਂ ਸੁਰੰਗਾਂ ਨੇ, ਪਰ ਅਜੇ ਤੱਕ ਪਤਾ ਨਹੀਂ ਚੱਲ ਰਿਹਾ ਕਿ ਉਹ ਇਮਾਰਤ ਕਿਸ ਚੀਜ਼ ਦੀ ਹੈ। ਕੀ ਹੈ ਸਾਰਾ ਮਾਮਲਾ? ਦੇਖੋ, ਜਦੋਂ ਉੱਥੇ ਖੁਦਾਈ ਹੋਈ ਸੀ ਨਾ ਤਾਂ ਉੱਥੇ ਨਾਨਕਸ਼ਾਹੀ ਇੱਟ ਹੈ ਜਿਹੜੀ ਪੁਰਾਣੀ, ਉਹ ਨਿਕਲੀ ਆ। ਉਹ ਜਿਹੜੇ ਭਾਈ ਬਲਦੇਵ ਸਿੰਘ ਬਲਡਾਲਾ ਹੋਰੀ ਨੇ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਜਿਹੜੇ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਨੇ, ਉਹਨਾਂ ਨਾਲ ਖਿੱਚ ਧੂ ਵੀ ਹੋਈ ਹੈ। ਬਡਾਲਾ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਇਹਦੇ ਤੇ ਪਹਿਲਾਂ ਖੋਜ ਕੀਤੀ ਜਾਵੇ ਕਿ ਇਹ ਗੁਰੂ ਸਾਹਿਬ ਵੇਲੇ ਦਾ ਕੋਈ, ਪਰ ਇਹਨਾਂ ਨੇ ਛੱਡਿਆ ਕਿਹੜਾ ਗੁਰੂ ਸਾਹਿਬ ਵੇਲੇ ਦਾ। ਸਾਰੇ ਗੁਰਦੁਆਰੇ ਢਾਹ ਕੇ ਪੁਰਾਣੇ ਜਿੰਨੇ ਸੀਗੇ ਉਹਨਾਂ ਨੂੰ ਸਾਂਭਣ ਦੀ ਥਾਂ ਦੇ ਉੱਤੇ ਜਿਹੜੇ ਹੈਗੇ ਨੇ ਨਾ ਕਾਰਸੇ ਵਾਲੇ ਬਾਬੇ, ਉਹਨਾਂ ਨੂੰ ਸੰਭਾਈ ਜਾਂਦੇ ਆ। ਸਾਰਿਆਂ ਥਾਵਾਂ ਦੇ ਉੱਤੇ ਚਿੱਟਾ ਸੰਗਮਰਮਰ ਲਾਈ ਜਾਂਦੇ ਆ। ਤੁਸੀਂ ਦੁਪਹਿਰੇ ਕਦੇ ਜਾ ਕੇ ਦੇਖ ਲਓ, ਰਿਫਲੈਕਸ਼ਨ ਦੇ ਨਾਲ ਤੁਸੀਂ ਉਸ ਫਰਸ਼ ਤੇ ਤੁਰ ਨਹੀਂ ਸਕਦੇ, ਪੈਰ ਜਲਦੇ ਨੇ। ਮਤਲਬ ਸਾਰੇ ਥਾਵਾਂ ਦੇ ਉੱਤੇ ਚਿੱਟਾ 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 ਇਹ ਸੰਗਮਰਮਰ ਲਾ ਕੇ। ਮੈਨੂੰ ਯਾਦ ਹੈ ਇੱਕ ਵਾਰੀ ਆਸਟ੍ਰੇਲੀਆ ਦੇ ਉੱਤੋਂ ਸਾਡਾ ਇੱਕ ਦੋਸਤ ਆ, ਉਹਦੇ ਪਰਿਵਾਰ ਦੇ ਨਾਲ, ਉਹਦੇ ਬੱਚਿਆਂ ਦੇ ਨਾਲ, ਕੁਝ ਉੱਥੋਂ ਦੇ ਬੱਚੇ ਆਏ। ਉਹਨਾਂ ਨੂੰ ਜਦੋਂ ਦਿਖਾਇਆ ਗਿਆ ਗੁਰਦੁਆਰਾ ਸਾਹਿਬਾਨ ਨੂੰ, ਤਾਂ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ, ਕਹਿੰਦਾ ਅੰਕਲ ਯੂ ਆਰ ਆਲ ਗੁਰਦੁਆਰਾ ਦੇ ਆਰ ਔਨ ਦਾ ਸੇਮ ਮੈਪ। ਪਾਪ ਸਾਰਿਆਂ ਥਾਵਾਂ ਦੇ ਉੱਤੇ ਉਹੀ ਗੁੰਬਦ, ਉਹੀ ਆਪਣੇ ਦੁਖਨਿਵਾਰਨ ਸਾਹਿਬ ਦਾ ਸਥਾਨ ਸੀ ਜਿਹੜਾ ਓਰੀਜਨਲ ਸੀ, ਉਹਨੂੰ ਕਿਉਂ ਨਾ ਸਾਂਭਿਆ ਗਿਆ। ਆਹ ਜਿਹੜਾ ਕੁਝ ਤੁਸੀਂ ਕਰਨਾ ਸੀ ਇਹਨੂੰ ਬਾਅਦ ਚ ਕਰ ਲੈਂਦੇ। ਇੱਕ ਦੁੱਖ ਭੰਜਨੀ ਬੇਰੀ ਨੂੰ ਛੱਡ ਕੇ ਇਹਨਾਂ ਨੇ ਛੱਡਿਆ ਕੀ ਹੈ? ਪੈਰ ਪੈਰ ਦੇ ਉੱਤੇ ਜਿਹੜਾ ਹੈਗਾ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ, ਬੁੰਗਿਆਂ 'ਚ ਗੋਲੀਆਂ ਲੱਗੀਆਂ, ਉਹਨੂੰ ਸਾਂਭਿਆ ਨਹੀਂ ਸੀ ਜਾਣਾ ਚਾਹੀਦਾ ਜੀ ਕਿ ਆਹ ਕੁਝ ਇਸ ਵੇਲੇ ਦੀ ਕਾਂਗਰਸ ਹਕੂਮਤ ਨੇ ਕੀਤਾ ਸੀ। ਅਗਲਿਆਂ ਲੋਕਾਂ ਨੂੰ ਉਹਦੇ ਬਾਰੇ ਇਤਿਹਾਸ ਤੋਂ ਜਾਣੂ ਹੁੰਦਾ, ਪਰ ਇਹਨਾਂ ਨੇ ਸਾਰਿਆਂ ਨੂੰ ਢਾਹ ਕੇ ਮਲੀਆ ਮੇਟ ਕਰਤਾ। ਔਰ ਮੈਂ ਸਮਝਦਾ ਕਿ ਜਿਹੜਾ ਭਾਈ ਬਡਾਲਾ ਹੋਰਾਂ ਨੇ ਕੀਤੀ ਹੈ, ਬਾਅਦ ਦੇ ਵਿੱਚ ਐਸਡੀਐਮ ਨੇ ਜਾ ਕੇ ਦੋਨਾਂ ਧਿਰਾਂ ਨੂੰ ਰੁਕਵਾਤਾ ਵੀ ਠੀਕ ਹੈ, ਪਹਿਲਾਂ ਇਹਦੇ ਬਾਰੇ ਖੋਜ ਕਰਦੇ ਹਾਂ, ਜੇ ਇਹਦਾ ਇਤਿਹਾਸ ਨਾਲ ਕੁਝ ਜੁੜਿਆ ਹੋਵੇ ਤਾਂ ਬਣਾਵਾਂਗੇ। ਮੈਨੂੰ ਐਂ ਦੱਸੋ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਹਨਾਂ ਦੇ ਸੰਸਕਾਰ ਵਾਸਤੇ ਦੀਵਾਨ ਟੋਡਰਮਲ ਨੇ ਮੋਹਰਾਂ ਖੜੀਆਂ ਕਰਕੇ ਜੋ ਜਗ੍ਹਾ ਲਈ ਸੀ, ਉਹ ਜਗ੍ਹਾ ਤੇ ਉਸ ਦੀ ਹਵੇਲੀ ਨੂੰ ਅਜੇ ਤੱਕ ਕਿਸੇ ਨੇ ਕੁਝ ਕੀਤਾ ਸਾਂਭਿਆ? ਹੁਣ ਕਹਿੰਦੇ ਆ ਵੀ ਉਹਦੇ ਬਾਰੇ ਕੁਝ ਕੀਤਾ ਜਾ ਰਿਹਾ ਹੈਗਾ। ਭਾਵ ਅਸੀਂ ਆਪਣੇ ਪੁਰਾਣੇ ਇਤਿਹਾਸ ਦਾ ਮਲੀਆ ਮੇਟ ਕਰਤਾ। ਇਹ ਤਾਂ ਜਦੋਂ ਹਰ ਵਾਰ ਕਹਿੰਦੇ ਸੀ ਜਾ ਕੇ ਉੱਥੇ ਕਿ ਜੀ ਉਹ ਫੌਜ ਲੈ ਗਈ ਚੱਕ ਕੇ, ਐਕਟੀ ਬਾਹ ਪੈ ਗਿਆ ਇਹਨਾਂ ਦਾ ਅਮਿਤ ਸ਼ਾਹ ਦੇ ਨਾਲ। ਅਮਿਤ ਸ਼ਾਹ ਦੇ ਕੋਲੇ ਗਏ, ਉਹ ਜਾ ਕੇ ਕਹਿੰਦਾ ਪਹਿਲਾਂ ਲਿਸਟ ਦਿਓ ਤੁਹਾਡਾ ਕੀ ਕੀ ਤੁਹਾਨੂੰ ਨਹੀਂ ਮਿਲਿਆ। ਅਜੇ ਤੱਕ ਪਿਛਲੇ ਸਾਲ ਦਾ ਕਿਹਾ ਵਾ, ਇਹ ਲਿਸਟ ਨਹੀਂ ਦੇ ਸਕੇ। ਇਹ ਸ਼੍ਰੋਮਣੀ ਕਮੇਟੀ ਦੇ ਕੰਮ ਸ਼੍ਰੋਮਣੀ ਨੇ ਤੇ ਸ਼੍ਰੋਮਣੀ ਹੁੰਦੇ ਰਹਿਣਗੇ। ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਜਿਹੜਾ ਲੋਕਾਂ ਵਾਸਤੇ ਹੋਵੇ। ਇਹ ਇਸ ਤਰ੍ਹਾਂ ਦੇ ਮੁੱਦੇ ਨਹੀਂ। ਜੇ ਉਹ ਸੁਰੰਗ ਇਤਿਹਾਸਕ ਹੈ ਤਾਂ ਉਸ ਇਤਿਹਾਸਕ ਸੁਰੰਗ ਦੀ ਨੂੰ ਪ੍ਰਜਰਵ ਕਰਨਾ, ਸਾਂਭ ਕੇ ਰੱਖਣਾ ਸਾਡਾ ਫਰਜ਼ ਹੈ।
ਜੀ ਟੋਲਾ ਸਾਹਿਬ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਅਸਰ ਪਾਇਆ ਹੈ। 100 ਤੋਂ ਉੱਪਰ ਪੈਟਰੋਲ ਦੀ ਕੀਮਤ ਹੋ ਚੁੱਕੀ ਹੈ ਤੇ 90 ਦੇ ਨੇੜੇ ਜਿਹੜਾ ਹੈ ਡੀਜ਼ਲ ਪਹੁੰਚ ਚੁੱਕਿਆ ਹੈ। ਇਸੇ ਦੇ ਚੱਲਦਿਆਂ ਹੁਣ ਇੱਕ ਰਾਹਤ ਭਰੀ ਖਬਰ ਹੈ, ਦਰਸ਼ਕਾਂ ਨੂੰ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਆ ਸਕਦੀ ਹੈ। ਦੇਖੋ, ਇਹ ਜਿਹੜੀਆਂ ਸਰਕਾਰ ਭਾਵੇਂ ਕੇਂਦਰ ਦੀ ਹੈ ਭਾਵੇਂ ਰਾਜ ਦੀ ਸਰਕਾਰ, ਇਹ ਜਿਹੜੀ ਇਹਨਾਂ ਨੇ ਆਮ ਜਨਤਾ ਵੱਲ ਅੱਖਾਂ ਮੀਟੀਆਂ ਹੋਈਆਂ ਨੇ ਨਾ, ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਕਿ 6 ਤੇ 9, ਇਹ 9 ਪਾਈ ਬੈਠੇ ਨੇ ਆਪਦੇ ਵਾਲੇ ਪਾਸੇ, ਜਨਤਾ ਨੂੰ ਕਹਿੰਦੇ ਨੇ ਆ ਦੇਖੋ 9 ਹੈ, ਤੇ ਜਨਤਾ ਕਹਿੰਦੀ ਆ ਸਰਦਾਰ ਸਾਹਿਬ ਇਹ 9 ਨਹੀਂ ਹੈਗਾ 6 ਹੈ। ਜਦੋਂ ਤੱਕ 9 ਤੇ 6 ਦਾ ਜਿਹੜਾ ਅੰਕੜਾ ਨਹੀਂ ਮਿਟਦਾ, ਫਰਕ ਨਹੀਂ ਮਿਟਦਾ, ਉਦੋਂ ਤੱਕ ਜਨਤਾ ਨੇ ਇਸੇ ਤਰ੍ਹਾਂ ਪਿਸਦੇ ਰਹਿਣਾ। ਇਹ ਇੱਕ ਰਾਹਤ ਭਰੀ ਖਬਰ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਪਹਿਲਾਂ ਜਦੋਂ ਪ੍ਰਤੀ ਬੈਰਲ ਕੱਚੇ ਤੇਲ ਦੀਆਂ ਕੀਮਤਾਂ ਵਧੀਆ ਸੀ, ਪਰ ਹੁਣ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਨੇ। ਇਹਨਾਂ ਨੂੰ ਕੀ, ਇਹਨਾਂ ਨੇ ਤਾਂ ਆਪਣੇ 4 ਯਾਰਾਂ ਨੂੰ ਦਿੱਤਾ ਸਾਰਾ ਕੁਝ, ਉਹਨਾਂ ਦਾ ਮੁਨਾਫਾ ਨਾ ਘਟ ਜਾਵੇ, ਲੋਕ ਭਾਵੇਂ ਪਿਸਦੇ ਰਹੇ। ਜਦੋਂ 400 ਤੋਂ 450 ਸਿਲੰਡਰ ਹੋਇਆ ਸੀ ਤਾਂ ਆ ਬੀਬੀ ਸਿਮਰਤੀ ਰਾਣੀ ਨੇ ਗਾਹ ਪਾਇਆ ਸੀ, ਸਿਰ ਤੇ ਸਿਲੰਡਰ ਚੱਕੀ ਫਿਰਦੀ ਸੀ। ਅੱਜ 900 ਦੇ ਕਰੀਬ ਸਿਲੰਡਰ ਪਹੁੰਚ ਗਿਆ। ਗਰੀਬਾਂ ਨੂੰ ਕਹਿੰਦੇ ਜੀ ਉਜਵਲਾ ਯੋਜਨਾ ਦੇ ਵਿੱਚ ਸਿਲੰਡਰ ਦੇਵਾਂਗੇ, ਉਹ ਤੁਸੀਂ ਪਹਿਲੀ ਵਾਰ ਤਾਂ ਸਿਲੰਡਰ ਦੇ ਆਏ, ਮੁੜ ਕੇ ਉਹਨਾਂ ਦੇ ਘਰੇ ਸਟੂਲ ਬਣੇ ਹੋਏ ਨੇ, ਲੋਕ ਉਹਦੇ ਤੇ ਰੱਖ ਕੇ ਰੋਟੀ ਪਾਣੀ ਛਕ ਲੈਂਦੇ ਨੇ। ਤਾਂ ਇਹ ਜਿਹੜਾ ਹਾਸੋਹੀਣੀ ਗੱਲ ਹੈ, ਸਰਕਾਰਾਂ ਕੁਝ ਨਹੀਂ ਕਰਦੀਆਂ। ਸਾਡੇ ਲੋਕਾਂ ਨੂੰ ਜਾਗਣਾ ਪਏਗਾ, ਲੋਕਾਂ ਨੂੰ ਜਾਗਰੂਕਤ ਕਰਨਾ ਪਵੇਗਾ। ਆ ਜਿਹੜਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਮੋਰਚਾ ਬੈਠਾ ਹੈਗਾ, ਇਹ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਲੋਕਾਂ 'ਚ ਜਾਗਰੂਕਤਾ ਲਿਆਂਦੀ ਹੈ। ਇੱਕ ਦੂਜਾ ਸਾਨੂੰ ਛੋਟਾ ਲਾਲਚ ਛੱਡਣਾ ਪਏਗਾ। ਜਦੋਂ ਤੱਕ ਅਸੀਂ 4 ਬੋਤਲਾਂ ਸ਼ਰਾਬ 500-400 ਰੁਪਇਆ ਨਗਦ ਉਹਦੇ ਪਿੱਛੇ ਲੱਗ ਕੇ ਵੋਟਾਂ ਪਾਉਣੇ ਆ, ਪਰ 5 ਸਾਲ ਸਿੱਤਰ ਖਾਣੀ ਹੈ, ਉਦੋਂ ਤੁਹਾਨੂੰ ਸੁਧਰਨਾ ਪਵੇਗਾ। ਅਸੀਂ ਚਲੋ ਬਾਕੀ ਗੱਲ ਛੱਡ ਦਿਓ, ਪੰਜਾਬ ਦੇ ਵਿੱਚੋਂ 117 ਬੰਦੇ ਨਹੀਂ ਤੁਹਾਨੂੰ ਲੱਭ ਸਕਦੇ ਜੀ, ਜਿਹੜੇ ਸਾਡੇ ਆਜ਼ਾਦੀ ਪ੍ਰਵਾਨਿਆਂ ਨੇ ਇਹ ਆਜ਼ਾਦੀ ਲਿਆਉਣ ਵਾਸਤੇ ਐਡਾ ਕੁਝ ਕੀਤਾ। ਤੁਹਾਨੂੰ ਯਾਦ ਹੋਣਾ ਗੁਰਦਾਸ ਮਾਨ ਦੀਆਂ ਲਾਈਨਾਂ ਕਿ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ, ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ। ਠੀਕ ਹੈ, ਜਦੋਂ ਤੱਕ ਤੁਸੀਂ ਉਹ ਅੱਜ ਪਛਤਾਉਂਦੇ ਹੋਣਗੇ ਜੇ ਉਹਨਾਂ ਦੀਆਂ ਰੂਹਾਂ ਕੰਪ ਤੜਫਦੀਆਂ ਹੋਣਗੀਆਂ ਕਿ ਆਹ ਮੁਲਕ ਬਣਾਉਣ ਵਾਸਤੇ, ਇਹਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਕੀਤਾ। ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀਗਾ, ਕੋਈ ਕਾਇਦਾ ਕਾਨੂੰਨ ਤਾਂ ਸੀਗਾ ਜਿਹਦੇ ਵਿੱਚ ਰਹਿ ਕੇ। ਸੋ ਜਿਸ ਤਰੀਕੇ ਨਾਲ ਇਹਨਾਂ ਨੇ ਦੇਸ਼ ਨੂੰ ਫੜ ਕੇ ਸਾਡੇ ਸਿਆਸਤਦਾਨਾਂ ਨੇ ਡੋਬਤਾ, ਇਹ ਬਹੁਤ ਮੰਦਭਾਗਾ ਹੈ। ਸਾਨੂੰ ਉੱਠਣਾ ਪਵੇਗਾ। ਅਸੀਂ 117 ਬੰਦੇ ਨਹੀਂ ਪਤਾ ਕਰ ਸਕੇ, 117 ਬੰਦੇ ਨਹੀਂ ਲੱਭ ਸਕਦੇ ਜਿਹੜਾ ਬੰਦਾ ਕੋਈ ਲੜਨਾ ਚਾਹੁੰਦਾ ਇਮਾਨਦਾਰੀ ਵਾਲਾ, ਉਸ ਇਮਾਨਦਾਰੀ ਵਾਲੇ ਬੰਦੇ ਨੂੰ ਇਹ ਕੁਝ ਨਹੀਂ ਹੋਣ ਦਿੰਦੇ। ਉਹ ਵਿਚਾਰਾ ਇਹਨਾਂ ਦੇ ਪੈਸਿਆਂ ਦੇ ਵਿੱਚ ਰੁਲ ਕੇ ਰਹਿ ਜਾਂਦਾ ਜੀ। ਟੋਲਾ ਸਾਹਿਬ, ਜਾਂਦੇ ਜਾਂਦੇ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ। ਹਿਮਾਚਲ ਦੇ ਵੱਲ ਲੋਕ ਰੁੱਖ ਕਰਦੇ ਨੇ ਗਰਮੀ ਤੋਂ ਰਾਹਤ ਪਾਉਣ ਦੇ ਲਈ। ਇਸੇ ਦੌਰਾਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਨੌਜਵਾਨਾਂ ਵੱਲੋਂ, ਪੰਜਾਬ ਤੋਂ ਗਏ ਹੋਏ ਨੌਜਵਾਨ ਸੀ, ਹੁੜਦੰਗ ਮਚਾਇਆ ਗਿਆ। ਪੁਲਿਸ ਵੱਲੋਂ ਕੇਸ ਵੀ ਦਰਜ ਕੀਤੇ ਗਏ ਨੇ ਤੇ ਗ੍ਰਿਫਤਾਰ ਕੀਤਾ ਗਿਆ ਪੰਜਾਬ ਨਾਲ ਸੰਬੰਧਿਤ ਨੌਜਵਾਨਾਂ ਨੂੰ। ਇਹ ਸਾਰੇ ਨੌਜਵਾਨ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ। ਸਾਨੂੰ ਥੋੜਾ ਜਿਹਾ ਖਾ ਪੀ ਕੇ ਧਮੱਚੜ ਪਾਉਣ ਦੀ ਬਹੁਤ ਵੱਡੀ ਆਦਤ ਹੈ, ਖਾਸ ਕਰ ਨੌਜਵਾਨਾਂ 'ਚ ਜੀ, ਕਿਉਂਕਿ ਅਸੀਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਵਿਅਕਤੀਆਂ ਨੂੰ ਉਹਨਾਂ ਦੇ ਫਰਜ਼ ਪ੍ਰਤੀ ਸੁਚੇਤ ਕਰ ਹੀ ਨਹੀਂ ਸਕੇ ਜੀ। ਸਾਨੂੰ ਮੰਗਾਂ ਤੁਸੀਂ ਦੇਖ ਲਓ, ਜਿੰਨੇ ਆ ਤੁਹਾਡੇ ਕੋਲ ਮੁਲਾਜ਼ਮ ਜਥੇਬੰਦੀਆਂ ਆਉਣਗੀਆਂ 1500 ਮੰਗਾਂ ਲੈ ਕੇ ਆ ਜਾਣਗੇ, ਪਰ ਕਦੇ ਕਿਸੇ ਜਥੇਬੰਦੀ ਨੇ ਇਹ ਲਿਆਂਦੀ ਆ ਵੀ ਸਾਡੇ ਫਰਜ਼ ਕੀ ਨੇ, ਅਸੀਂ ਕਰਨਾ ਕੀ ਹੈ। ਸਾਡੇ ਵੀ ਕੋਈ ਫਰਜ਼ ਨੇ, ਅਸੀਂ ਕੰਮ ਕਰਨਾ, ਤਨਖਾਹ ਲੈਣੇ ਆ, ਕੋਈ ਕੰਮ ਨਹੀਂ ਕਰਨਾ। ਸਰਕਾਰੀ ਕੰਮਾਂ ਦੇ ਵਿੱਚ ਵਿੜਾ ਕਰਕੇ ਇਸੇ ਕਰਕੇ ਹੋਇਆ ਕਿ ਸਾਡਾ ਕੰਮ ਸੱਭਿਆਚਾਰ ਤਬਾਹ ਹੋ ਗਿਆ। ਕੰਮ ਸੱਭਿਆਚਾਰ ਜਦੋਂ ਅਸੀਂ ਨਹੀਂ ਕਰਾਂਗੇ। ਇਹ ਨੌਜਵਾਨ ਉੱਥੇ ਮਨਾਲੀ ਦੇ ਵਿੱਚ ਗਏ, ਸ਼ਾਇਦ ਪਾਰਕਿੰਗ ਦੇ ਨਾਲ ਕੋਈ ਝਗੜਾ ਹੋਇਆ, ਉੱਥੇ ਇਹਨਾਂ ਨੇ ਕਿਰਪਾਨਾਂ ਕੱਢ ਲੀਆਂ। ਪਹਿਲਾਂ ਤਾਂ ਇਹ ਸੋਚੋ ਕਿ ਤੁਸੀਂ ਦੂਜੇ ਰਾਜ ਦੇ ਵਿੱਚ ਗਏ ਹੋ। ਇਹੀ ਗੰਦ ਇਹਨਾਂ ਨੇ ਜਾ ਕੇ ਵਿਦੇਸ਼ਾਂ ਦੇ ਵਿੱਚ ਪਾਤਾ। ਜਿਹੜਾ ਗੰਦ ਅਸੀਂ ਇੱਥੇ ਪਾਉਂਦੇ ਆ, ਇਹੀ ਗੰਦ ਵਿਦੇਸ਼ਾਂ ਦੇ ਵਿੱਚ ਜਦੋਂ ਪੈ ਗਿਆ ਜਾ ਕੇ, ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਸਾਨੂੰ ਸੋਚਣਾ ਚਾਹੀਦਾ ਹੈ। ਕਾਨੂੰਨ ਦੇ ਮੁਤਾਬਕ ਉਹਨਾਂ ਨੇ ਉਹਨੂੰ ਪਰਚਾ ਦਰਜ ਕਰਤਾ। ਜਦੋਂ ਸਾਲ ਕ ਗੇੜੇ ਲੱਗੇ ਨਾ ਤਰੀਕਾਂ ਦੇ, ਫਿਰ ਨਾਨੀ ਚੇਤੇ ਆਊਗੀ, ਨਾਲੇ ਮਾਪਿਓ ਵੀ ਦੇਖਣਗੇ। ਮਨਾਲੀ ਜਾਣ ਵਾਸਤੇ ਜਦੋਂ ਇਹ ਪੰਜੇ ਭਾਵੇਂ ਇੱਕ ਗੱਡੀ 'ਚ ਜਾਣ, 5-4 ਹਜ਼ਾਰ ਹਰ ਪੇਸ਼ੀ ਦੇ ਉੱਤੇ ਭੁਗਤ ਕੇ ਆਉਣਗੇ। ਉਸ ਵੇਲੇ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਆ ਜਿਹੜਾ ਪਾਇਆ ਹੋਇਆ ਖੜਦੂੰਬ ਸਾਨੂੰ ਕਿ ਕਿਹੜੇ ਪਾਸੇ ਨੂੰ ਲੈ ਗਿਆ। ਇਹ ਸੋਚਣਾ ਚਾਹੀਦਾ, ਬਹੁਤ ਮੰਦਭਾਗਾ, ਇਹ ਨਹੀਂ ਹੋਣਾ ਚਾਹੀਦਾ ਸੀ। ਸੋ ਮਾਪਿਓ ਨੂੰ ਵੀ ਥੋੜਾ ਬਹੁਤਾ ਜਵਾਕਾਂ ਨੂੰ ਸਮਝਾਉਣਾ ਚਾਹੀਦਾ, ਜਿਸ ਪਾਸੇ ਵੱਲ ਸਾਡਾ ਇਹ ਸੱਭਿਆਚਾਰ ਜਾ ਰਿਹਾ ਹੈ। ਕੋਈ ਰਿਸ਼ਤਿਆਂ ਦੀ ਉਹ ਨਹੀਂ ਰਹੀ। ਮਤਲਬ ਇੱਥੋਂ ਤੱਕ ਆਏਗਾ ਕਿ ਭੂਆ ਹੈ ਨਾ, ਮਾਮੀ ਭਾਣਜਾ, ਸਾਰਿਆਂ ਦੇ ਵਿੱਚ ਤਾਰ-ਤਾਰ ਕਰਕੇ ਰਿਸ਼ਤੇ ਕਰ ਦਿੱਤੇ ਨੇ ਇਹਨਾਂ ਲੋਕਾਂ ਨੇ।
ਉਹ ਸਾਨੂੰ ਕਿਤੇ ਨਾ ਕਿਤੇ ਸੁਧਰਨਾ ਪਵੇਗਾ। ਜਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਗਿਰਾਵਟ ਆ ਰਹੀ ਹੈ ਉਹਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ। ਅਸੀਂ ਉਹ ਕਦਰਾਂ ਕੀਮਤਾਂ ਨਹੀਂ ਸਿਖਾਈਆਂ। ਕੋਈ ਸਮਾਂ ਹੁੰਦਾ ਸੀ, ਤੁਸੀਂ ਇਹ ਦੇਖੋ ਕਿ ਜਦੋਂ 9 ਤੇ 7 ਸਾਲ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਤਾਂ 9 ਤੇ 7 ਸਾਲ ਦੇ ਬੱਚਿਆਂ ਨੂੰ ਮਾਤਾ ਗੁਜਰੀ ਜੀ ਨੇ ਕਿੰਨੀ ਸਿੱਖਿਆ ਦਿੱਤੀ ਹੋਵੇ। ਬਿਲਕੁਲ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੀਆਂ ਜਿਹੜੀਆਂ ਦਾਦੀਆਂ ਦਾਦੇ ਤੁਹਾਨੂੰ ਸਮਝਾਇਆ ਕਰਦੇ ਸੀ ਕਿ ਭਾਈ ਆਹ ਕੁਝ ਨਹੀਂ ਕਰਨਾ, ਆਹ ਕਰਨਾ ਹੈ। ਪੁਰਾਣੇ ਪਿੰਡਾਂ ਦੇ ਵਿੱਚ ਆਪਣੇ ਗਲੀ ਦੇ ਗੇਟ ਦੇ ਉੱਤੇ ਇੱਕ ਬਜ਼ੁਰਗ ਬੈਠਾ ਹੁੰਦਾ ਸੀ 8-10 ਘਰਾਂ 'ਚ। ਜੇ ਕੋਈ ਨੌਜਵਾਨ 2 ਵਾਰ ਤੋਂ ਬਾਅਦ ਤੀਜੀ ਵਾਰ ਆ ਗਿਆ ਨਾ, ਉਹਨੇ ਖੜਾ ਕੇ ਪੁੱਛਣਾ ਵੀ ਕਾਕਾ ਕਿੱਧਰ ਚੱਲੇ, ਬਿਲਕੁਲ ਕਿਹਦੇ ਵੱਲ ਜਾ ਕੇ ਆਇਆ, ਕਿਉਂ ਆਇਆ ਤੀਜੀ ਵਾਰ, ਕੀ ਤੈਨੂੰ ਕੰਮ ਹੈ। ਸੋ ਉਹ ਚੀਜ਼ਾਂ ਜਿਹੜੀਆਂ ਸੀ ਸੰਗਠਿਤ ਪਰਿਵਾਰ ਉਹ ਅੱਜ ਖਤਮ ਹੋ ਗਏ। ਨਾ ਸੰਗਠਿਤ ਪਰਿਵਾਰ ਰਹੇ ਨੇ, ਨਾ ਸੰਗਠਿਤ ਪਿੰਡ ਰਹੇ ਨੇ, ਨਾ ਸੰਗਠਿਤ ਰਾਜ ਰਹੇ ਨੇ, ਨਾ ਸੰਗਠਿਤ ਦੇਸ਼ ਰਿਹਾ। ਜੇ ਇਹੀ ਕੁਝ ਸਾਰਾ ਕੁਝ ਹੁੰਦਾ ਰਿਹਾ ਤਾਂ ਇੱਕ ਦਿਨ ਇਸ ਦੇਸ਼ ਦੇ ਵਿੱਚ ਅਨਾਰਕੀ ਫੈਲ ਜਾਵੇਗੀ। ਔਰ ਅਗਲਾ ਸਮਾਂ ਜਿੱਧਰ ਨੂੰ ਜਾ ਰਿਹਾ ਹੈ ਉਹ ਅਸੀਂ ਖਾਨਾ ਜੰਗੀ ਤੇ ਦੇਸ਼ ਨੂੰ ਦੀ ਏਕਤਾ ਤੇ ਅਖੰਡਤਾ ਨੂੰ ਇਕੱਠਾ ਰੱਖ ਨਹੀਂ ਸਕਾਂਗੇ। ਇਹ ਦੇਸ਼ ਅੱਡ-ਅੱਡ ਪਾਸੇ ਹੋ ਜਾਵੇਗਾ ਤੇ ਫਿਰ ਪਛਤਾਉਣਾ ਪਵੇਗਾ। ਆਪ ਪਛਤਾਏ ਕਿਆ ਹੁਆ ਜਦ ਚੁਰੀਆ ਚੂਲੇ ਖੇਤ। ਹੁਣੇ ਹੀ ਸਾਨੂੰ ਸਾਰਿਆਂ ਨੂੰ ਸੰਭਲ ਜਾਣਾ ਚਾਹੀਦਾ, ਸੰਭਲ ਕੇ ਕੰਮ ਕਰਨਾ ਚਾਹੀਦਾ। ਜੇ ਨਾ ਸੰਭਲੇ ਤਾਂ ਇਸ ਦੇਸ਼ ਨੂੰ ਅਸੀਂ ਇਕਜੁੱਟ ਰੱਖਣ 'ਚ ਕਾਮਯਾਬ ਨਹੀਂ ਹੋ ਸਕਾਂਗੇ। ਜੀ ਬਿਲਕੁਲ ਢਿੱਲੋਂ ਸਾਹਿਬ, ਤੁਸੀਂ ਇਸ ਚਰਚਾ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਧੰਨਵਾਦ ਸਾਡੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਦੇਖਿਆ। ਨਾਲ ਹੀ ਦਰਸ਼ਕਾਂ ਨੂੰ ਅਪੀਲ ਹੈ ਕਿ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਤੇ ਜਾ ਕੇ ਕਲਿੱਕ ਕਰੋ, ਘੰਟੀ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤਾਂ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇਗਾ। ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ। ਇਸੇ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਗੁਰੂ ਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਵਸਾਏ ਪਿੰਡ ਅਕਾਲਗੜ੍ਹ 'ਚ ਇਤਿਹਾਸਕ ਗੁਰਦੁਆਰਾ ਸਾਹਿਬ 'ਚ 19 ਜੁਲਾਈ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਾਏ ਜਾ ਰਹੇ ਨੇ। ਇਸ ਦੌਰਾਨ ਗੁਰਮਤਿ ਦੀਵਾਨ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਟਿੱਬੇ ਵਾਲਿਆਂ ਵੱਲੋਂ ਸਜਾਏ ਜਾਣਗੇ। ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 10ਵੀਂ ਪੀੜ੍ਹੀ ਵਿੱਚੋਂ 10ਵੇਂ ਵੰਸ਼ਜ ਸੰਤ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਬੇਨਤੀ ਹੈ ਕਿ ਇਲਾਕਾ ਨਿਵਾਸੀ ਧਾਰਮਿਕ ਦੀਵਾਨ ਵਿੱਚ ਪੁੱਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।